ਮਈਆਂ ਤੇ ਨੀਲੀ ਦੀਆਂ ਨੇ ਸਾਡੇ ਕੋਲ ਪਿਓਰ ਇਹਦੋਂ ਥੱਲੇ 3 ਕਿਲੋ ਦੁੱਧ ਮਿਲ ਲੈ ਬਿਸ਼ੱਕ ਜਿਹਦੀ ਮਰਜ਼ੀ ਡੱਬੇ ਦਾ। ਜ਼ਿੰਦਾਬਾਦ। ਸ਼ਾਨ ਹੁੰਦੀ ਹੈ ਡੇਰਾ ਤੇ ਸਲੋ ਐਂਡ ਸਟੱਡੀ ਵਿਨਸ ਦਾ ਰੇਸ। ਇੱਥੇ 10 ਸੈਰਾਂ ਤੋਂ ਜਿਹੜੀ ਥੱਲੇ ਮਈ ਦੁੱਧ ਹੈ ਉਹ ਤੇ ਭਲਿਓ ਪੈਂਦੀ ਹੈ। ਵਾਦਾ ਤੇ ਤਾਂ ਹੁੰਦਾ ਵੀ ਮਈਆਂ ਚੁਗਣ ਕਣਕ ਚ ਤੇ ਫੇਰ ਆਉਣ ਤੇ ਸਟਾਲੇ ਦੇ ਢੇਰਾਂ ਦੇ ਉੱਤੇ ਲੇਟਣ ਉੱਥੇ ਖੁੱਲੀਆਂ ਹੋਣ ਤੇ ਫੇਰ ਵੰਡਾ ਖਾਣ ਤੇ ਫੇਰ ਪਤਾ ਲੱਗਦਾ ਕਿਹੜੀ ਕਿੰਨਾ ਦੁੱਧ ਦਿੰਦੀ। ਜਿਹੜੇ ਆਂਦੇ ਨੇ 10-12 ਸੈਰ ਤੋਂ ਬਾਅਦ ਦੁੱਧ ਨਹੀਂ ਦਿੰਦੀ ਉਹ ਇਥੋਂ ਤੱਕ ਅੱਪੜਦੇ ਹੀ नहीं। बिस्मिल्लाहिर्रहमानिर्रहीम। अस्सलाम वालेकुम। फार्मिंग टिप्स में शाहिद अली अवान की जानिब से खुश आमदीद। मुअज़्ज़ज़ नाज़रीन, इस वीडियो में एक ही छत के तले आपको अच्छी नस्लों के ज़्यादा दूध देने वाले बहुत सारे जानवर दिखाए जाएंगे और मास्टर अजहर साहब की तजर्बे की और इल्म की गुफ्तगू भी आपको सुनाई जाएगी। तो चलें शुरू करते हैं। अस्सलाम वालेकुम। वालेकुम सलाम। अंकल जी की हाल चाल है? अल्हम्दुलिल्लाह, शुक्र है अल्लाह ताला दा। अंकल जी सब तो पहले तो नाज़रीन नूं अपना और अपने इलाके का तारफ करवाया जाए। जनाब मेरा नाम मास्टर अजहर हुसैन है जी ते नजोतर साडा पिंड जे जी जी तहसील भी सियालकोट जिला भी सियालकोट है। माशाअल्लाह माशाअल्लाह। अंकल जी किन्ने अरसे तो तुसी जानवरां दा फार्मिंग दा काम कर रहे हो? ਅਸੀਂ ਤੇ ਸ਼ੁਰੂ ਜੀ ਇਹ ਬਚਪਨ ਤੋਂ ਹਿਸਾਬ ਨਾਲ ਮਾਦਰੀ ਸਾਡਾ ਕਾਰੋਬਾਰ ਹੈ। ਅੱਛਾ। ਤੇ ਮੈਂ ਤੇ ਚਲੋ ਸਕੂਲ ਟੀਚਰ ਸਾਂ ਤੇ ਨਾਲ ਫਿਰ ਬੰਦੇ ਰੱਖੇ। ਸਾਡੇ ਇਲਾਕੇ 'ਚ ਕੋਈ ਏਡੀਆਂ ਮਰੱਬੇ ਵੀ ਨਹੀਂ, ਜ਼ਮੀਨਾਂ ਵੀ ਕੋਈ ਬੜੀਆਂ ਖੁੱਲੀਆਂ ਨਹੀਂ। ਠੀਕ ਹੈ। ਤੇ ਇਹਦੇ ਨਾਲ ਇਹ ਵੀ ਸ਼ੌਕ ਵੀ ਸੀ ਸਾਨੂੰ ਤੇ ਦੂਜਾ ਇਹ ਵੀ ਚਲੋ ਘਰ ਆਮਦਨ ਵੀ ਹੋ ਜਾਂਦੀ ਹੈ। ਜ਼ਰੀਆ ਵਾਸ਼ ਜਿਹੜਾ ਉਹ ਵਾਸ਼ੀ ਹਾਲਤ ਬਿਹਤਰ ਹੋ ਜਾਂਦੀ ਹੈ ਬੰਦਿਆਂ ਦੀ। ਸਹੀ ਹੈ। ਤੇ ਇਸ ਟਾਈਮ ਕਿੰਨੇ ਕੁ ਜਾਨਵਰ ਰੱਖੇ ਜੇ? ਕਿੰਨੀਆਂ ਮੱਝਾਂ ਕਿੰਨੀਆਂ ਗਾਵਾਂ? ਸਾਡੇ ਕੋਲ ਕੋਈ 30 ਮੱਝਾਂ ਜੇ। ਅੱਛਾ। ਤੇ 10 ਗਾਈਆਂ ਜੇ। 30 ਮੱਝਾਂ ਔਰ 10 ਗਾਈਆਂ। ਇਸ ਤੋਂ ਇਲਾਵਾ ਛੋਟੇ ਵੀ ਹੋਣਗੇ? ਛੋਟੇ ਮੇਰੇ ਹੈ ਕੋਈ 32 ਨੇ। 32 ਕੀ ਛੋਟੇ ਨੇ? ਹਾਂਜੀ ਮਾਸ਼ਾਅੱਲਾ। यानी ਤੁਸੀਂ ਛੋਟੇ ਬੱਚੇ ਵੀ ਸੰਭਾਲਦੇ? 70-75 ਨੇ ਟੋਟਲ। ਨਹੀਂ ਜ਼ਬਰਦਸਤ। ਉਹੀ 70-75 ਹੋਣਗੇ। ਸ਼ੁਕਰ ਅਲਹਮਦੁਲਿਲਾ। ਅੱਲਾਹ ਪਾਕ ਮਜ਼ੀਦ ਬਰਕਤ डाले। ਅੱਛਾ ਅੰਕਲ ਜੀ ਇਹ ਦੱਸੋ ਕਿ ਇਹਨਾਂ ਚ ਦੁੱਧ ਦੇਣ ਵਾਲੇ ਕਿੰਨੇ ਨੇ? ਦੁੱਧ ਦੇਣ ਵਾਲੇ ਇਹਨਾਂ ਚ ਜੇ ਕੋਈ 30 ਦੇ ਲਗਭਗ ਨੇ। 30 ਦੇ ਲਗਭਗ। ਫੀ ਜਾਨਵਰ ਕੀ ਦੁੱਧ ਦੀ ਔਸਤ ਮਿਲ ਰਹੀ ਤੁਹਾਨੂੰ? ਸਾਡੇ ਅੱਛੀ ਨਸਲ ਦੇ ਨੇ ਡੰਗਰ। ਸੱਜਰੇ ਜਦੋਂ ਹੋਣ ਨਾ ਦੁੱਧ ਦੇਣ ਵਾਲੇ ਜਾਨਵਰ ਤਾਜ਼ੇ ਸੂਣ ਉਦੋਂ ਐਵਰੇਜ ਵੱਧ ਜਾਂਦੀ ਹੈ। ਸਹੀ ਹੈ। ਜਿਉਂ ਫਿਰ 6 ਮਹੀਨੇ ਤੋਂ ਬਾਅਦ ਫਿਰ ਘਟ ਜਾਂਦੀ ਹੈ ਐਵਰੇਜ। ਠੀਕ ਹੈ। ਖੰਗੜੇ ਹੋ ਜਾਣ ਨਾ ਜਦੋਂ ਐਵਰੇਜ ਦੁੱਧ ਦੀ ਵੀ ਘਟ ਜਾਂਦੀ ਹੈ। ਠੀਕ ਹੈ। ਤੇ ਹੁਣ ਤਾਂ ਸ਼ੁਕਰ ਹੈ ਅਲਹਮਦੁਲਿਲਾ ਹੋ ਜਾਂਦਾ ਦੁੱਧ ਕੋ 7 ਕਮਾਣ। 7 ਕਮਾਣ। ਜ਼ਬਰਦਸਤ। ਜ਼ਿੰਦਾਬਾਦ। ਅੱਛਾ ਅੰਕਲ ਜੀ ਇਹ ਦੱਸੋ ਕਿ ਤੁਸੀਂ ਗੱਲ ਕੀਤੀ ਕਿ ਤੁਹਾਡੇ ਕੋਲ ਅੱਛੀ ਨਸਲ ਦੇ ਜਾਨਵਰ ਨੇ। ਮੱਝਾਂ ਕਿਹੜੀ ਨਸਲ ਦੀਆਂ ਨੇ ਤੇ ਗਾਈਆਂ ਕਿਹੜੀ ਨਸਲ ਦੀਆਂ ਨੇ? ਗਾਈਆਂ ਤੇ ਸਾਡੇ ਜਨਾਬ ਮਈਆਂ ਤੇ ਨੀਲੀ ਦੀਆਂ ਨੇ ਸਾਡੇ ਕੋਲ ਪਿਓਰ। ਠੀਕ ਹੈ। ਘਰ ਦੀਆਂ ਵੀ ਜਿਹੜੀਆਂ ਨੇ ਉਹ ਵੀ ਉਸੇ ਨਸਲ ਦੀਆਂ ਨੇ ਤੇ ਜਿਹੜੀਆਂ ਨਵੀਆਂ ਆਉਂਦੀਆਂ ਨੇ ਉਹ ਵੀ ਉਧਰ ਦੀਆਂ ਨੇ। ਸਹੀ ਹੈ। ਤੇ ਗਾਈਆਂ ਜਿਹੜੀਆਂ ਨੇ ਸਾਡੇ ਆ ਵਲੈਤਨਾ ਵੀ ਨੇ ਵਿੱਚ। ਲੇਕਿਨ ਜਿਹੜੀਆਂ ਕਰਾਸ ਨੇ ਨਾ ਸਾਹੀਵਾਲ ਵਲੈਤੀ ਕਰਾਸ ਗਾਈਆਂ ਉਹ ਪਿਕ ਚੰਗਾ ਕਰਦੀਆਂ ਨੇ ਸਾਡੇ ਆਬੋ ਹਵਾ ਨੂੰ। ਦੂਜੀਆਂ ਗਾਈਆਂ ਬਹੁਤ ਗਰਮੀ ਮਹਿਸੂਸ ਕਰਦੀਆਂ ਨੇ। ਠੀਕ ਹੈ। ਤੇ ਗਰਮੀਆਂ ਦੇ ਮੌਸਮ ਚ ਉਹਨਾਂ ਵਾਸਤੇ ਫਿਰ ਫਸਲ ਸਟਾਣੀ, ਫਿਰ ਉਹਨੂੰ ਕਿੱਲਿਆਂ ਰੱਖਣਾ, ਪੱਖੇ ਵੀ ਲਾਣੇ ਉੱਤੇ। ਅੱਛਾ। ਤੇ ਜਿਹੜੀਆਂ ਕਰਾਸ ਗਾਈਆਂ ਨੇ ਨਾ ਇਹ ਆਮ ਦਰਖਤਾਂ ਥੱਲੇ ਹੋਣ ਜਾਂ ਇਸ ਤਰ੍ਹਾਂ ਹੀ ਬਰਾਂਡਿਆਂ ਥੱਲੇ ਬਗੈਰ ਪੱਖਿਆਂ ਤੋਂ ਵੀ ਹੋਣ ਨਾ ਤੇ ਕੋਈ ਪਰੇਸ਼ਾਨੀ ਨਹੀਂ ਬਣਦੀ। ਯਾਨੀ ਤੁਸੀਂ ਬੈਸਟ ਕਰਾਸ ਗਾਈਆਂ ਨੂੰ ਕਹਿੰਦੇ ਹੋ ਜਿਹੜੀਆਂ ਫਰੀਜ਼ੀਅਨ ਔਰ ਸਾਹੀਵਾਲ ਦਾ? ਸਾਹੀਵਾਲ ਤੇ ਵਲੈਤੀ ਜਿਹੜੀਆਂ ਹੋਣ ਨਾ ਉਹ ਐਵਰੇਜ ਵੀ ਦੁੱਧ ਦੀ ਉਹਨਾਂ ਦੀ ਚੰਗੀ ਜੇ। ਠੀਕ ਹੈ। ਕਿੰਨੀ ਐਵਰੇਜ ਤੁਹਾਨੂੰ ਮਿਲ ਰਹੀ ਉਹਨਾਂ ਦੀ? ਸਾਡੇ ਤਕਰੀਬਨ ਕੋਈ 20 ਕਿਲੋ 22 ਇਹਦੇ 25 ਡੰਗਰ ਜ਼ਿਆਦਾ ਨੇ। ਕਦੀ ਹੋਵੇ ਉਹ ਤੋਂ ਜ਼ਿਆਦਾ ਹੋਰ ਦਿੰਦੀ ਹੈ। ਠੀਕ ਹੈ। ਔਸਤਨ 20 ਕਿਲੋ ਦੁੱਧ ਤੁਹਾਨੂੰ ਮਿਲ ਜਾਂਦਾ ਜੋ ਸੱਜਣੀ ਹੁਣ ਵੱਧ ਹੀ ਸਗੋਂ ਦਿੰਦੀਆਂ ਨੇ 20 ਕਿਲੋਆਂ ਤੋਂ। ਠੀਕ ਹੈ। ਤੇ ਜਿਹੜੀਆਂ ਤੁਹਾਡੀਆਂ ਨੀਲੀ ਦੀ ਮੱਝਾਂ ਨੇ, ਜਿਹੜੀ ਤੁਹਾਡੀ ਸਭ ਤੋਂ ਚੰਗੀ ਮੱਝ ਹੈ ਜਦੋਂ ਉਹ ਤਾਜ਼ੀ ਹੁੰਦੀ ਹੈ ਉਹ ਕਿੰਨਾ ਕੁ ਦੁੱਧ? ਹੁਣ ਸਾਡੀ ਮੱਝ ਸਭ ਤੋਂ ਚੰਗੀ ਜਿਹੜੀ ਤਾਜ਼ੀ ਹੈ ਉਹ ਥੱਲੇ 3 ਕਿਲੋ ਦੁੱਧ ਹੈ। ਮਿਲ ਲੈ ਬਿਸ਼ੱਕ ਜਿਹਦੀ ਮਰਜ਼ੀ ਡੱਬੇ ਦਾ। ਜ਼ਿੰਦਾਬਾਦ ਜ਼ਿੰਦਾਬਾਦ। ਉਹ ਮੱਝ ਹੀ ਨਾਜ਼ਰੀਨ ਨੂੰ ਵਹਾਣਾ ਚਾਹਾਂਗੇ ਜਿਹੜੀ ਮੱਝ ਇੰਨਾ ਅੱਛਾ ਦੁੱਧ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਅੱਛੀ ਮੱਝ ਦੀ ਸ਼ਕਲ ਕਿਸ ਤਰੀਕੇ ਦੀ ਹੁੰਦੀ ਹੈ। ਅੱਛੀ ਮੱਝ ਜਿਹੜੀ ਹੈ ਨਾ ਨੀਲੀ ਰਾਵੀ ਦੀ ਅੱਗੋਂ ਦਰਿਆ ਦੇ ਇਲਾਕੇ ਦੀ। ਹਾਂਜੀ। ਉਹ ਆ ਕੇ ਤੇ ਦੁੱਧ ਬਹੁਤਾ ਕਰਦੀ ਹੈ ਦੂਜੀਆਂ ਗਾਵਾਂ ਦੀ ਨਿਸਬਤ। ਆਮ ਡੰਗਰ ਤੇ ਜਿਹੜੀ ਹੈ ਨਾ ਮਿਹਨਤ ਉਹ ਯਾਰ ਥੋੜੇ ਦੁੱਧ ਵਾਲੇ ਤੇ ਵੀ ਉਨੀ ਹੈ, ਜ਼ਿਆਦਾ ਦੁੱਧ ਦੇਣ ਵਾਲੀ ਤੇ ਵੀ ਉਨੀ ਹੈ ਮਿਹਨਤ। ਉਹਨੂੰ ਖੋਲਣਾ ਵੀ, ਪਾਣੀ ਵੀ ਡਾਣਾ, ਪੱਠੇ ਵੀ ਪਾਣੇ। ਦੁੱਧ ਦਾ ਦਾਰੋਮਦਾਰ ਨਸਲਾਂ ਤੇ ਹੁੰਦਾ ਹੈ।
ਠੀਕ ਹੈ। ਇੱਕ ਹੌਲੀ ਨਸਲ ਦੀ ਮੱਝ ਜੇ ਸਾਡੇ ਇਲਾਕੇ ਦੀ ਦੇਸੀ ਜਿਹਨੂੰ ਅਸੀਂ ਆਨੇ ਆ, ਹਾਂ ਉਹ 2 ਮਹੀਨੇ ਦੁੱਧ ਦਿੰਦੀ ਹੈ 60 ਦਿਨ। ਠੀਕ ਹੈ। 60 ਦਿਨ ਤੋਂ ਬਾਅਦ ਉਹਦੀ ਐਵਰੇਜ ਘਟ ਜਾਂਦੀ ਹੈ। ਠੀਕ ਹੈ। 60 ਦਿਨ ਬੜਾ ਚੰਗਾ ਦੁੱਧ ਦਿੰਦੀ ਹੈ। ਇਹ ਜਿਹੜੀਆਂ ਉਧਰ ਦੀਆਂ ਮਈਆਂ ਨੇ ਨਾ, ਲੀਲੀ ਰਾਵੀ ਦੀਆਂ, ਕਾੜੇ ਦੀਆਂ, ਇਹ ਖੰਗੜੀਆਂ ਹੋਈਆਂ ਵੀ ਦੁੱਧ 12-14 ਸਿਰ ਪਈਆਂ ਦਿੰਦੀਆਂ ਨੇ, 12-12 ਸਿਰ, 14-14 ਸਿਰ। क्या बात। पहचान किस तरह हैगी? क्या मझ अच्छी नस्ल दी है, नीली रावी दी या काड़े दी? काड़े या नीली रावी दी? ਉਧਰੋਂ ਇਲਾਕੇ ਉਸ ਚ ਜਾ ਕੇ ਲੋਕ ਲਿਆਉਂਦੇ ਨੇ। अच्छा, कोई शक्ल दी कोई पहचान नहीं है? ਸ਼ਕਲ ਦੀ ਤੇ ਇਹ ਪਛਾਣ ਉਹਦੀ ਵੀ ਧੌਣ ਲੰਮੀ ਹੁੰਦੀ ਹੈ, ਬੂਥੀ ਵੀ ਪਤਲੀ ਹੁੰਦੀ ਹੈ, ਪਿੱਛੋਂ ਮਈ ਭਾਰੀ ਹੋਵੇ। अच्छा। ਤੇ ਕੰਨ ਵੱਡੇ ਹੁੰਦੇ ਨੇ ਉਹਦੇ, ਨੀਲੀ ਦੀ ਮੈਂ ਸਹੀ ਦੇ। ठीक है। ਧੁੰਨੀ ਕੋਲੀ? ਧੁੰਨੀ ਛੋਟੀ। ਠੀਕ ਹੈ। ਜਿੱਦੀ ਧੁੰਨੀ ਦੇ ਕੋਲ, ਜਿਹਦੀ ਧੁੰਨੀ ਲੰਮੀ ਹੋਵੇ ਨਾ ਤੇ ਕੋਲੀ, ਉਹਦੇ ਵੱਧ ਸ਼ਕਲ ਲੱਗਦਾ ਡੰਗਰ ਸਭ। ਠੀਕ ਹੈ। ਤੇ ਇਹਦੇ ਥਾਣਾ ਦੇ ਅੰਦਰ ਵੀ ਕੋਈ ਖਾਸ ਹੈ ਵੇ ਕਿ ਐਡੇ ਸਾਈਜ਼ ਦਾ ਥਾਣ ਹੁੰਦਾ? ਥਾਣ ਦੀ ਤੇ ਜਿਹੜੇ ਵਿਰਲੇ ਥਾਣ ਹੁਣ ਸੋਹਣੇ ਲੱਗਦੇ ਨੇ। ਹਾਂ। ਲੇਕਿਨ ਦੁੱਧ ਦਾ ਨਹੀਂ ਦਾਰੋਮਦਾਰ ਪੇ ਥਾਣ ਵਿਰਲੇ ਵਾਲੀ ਬਹੁਤਾ ਦਿੰਦੀ ਹੈ ਕਿ ਦੂਜੀ। ਅੱਛਾ। ਇਹ ਜਿਹੜੀ ਮੈਂ ਸਾਡੀ 23-24 ਕਿਲੋ ਦੁੱਧ ਦਿੰਦੀ ਹੈ, ਇਹਦੇ ਤਕਰੀਬਨ ਥਾਣ ਸਗੋਂ ਛੋਟੇ ਨੇ, ਛੋਟੇ ਨੇ, ਪਿਛਲੇ ਨੇੜੇ ਨੇ। ਅੱਛਾ। ਜਿਨ੍ਹਾਂ ਦੀ ਗੇਟ ਦੀ ਵੇਚਤੇ ਨੇ ਉਹਨਾਂ ਨਾਲੋਂ ਬਹੁਤਾ ਦੁੱਧ ਦਿੰਦੀ ਹੈ। ਉਹਨਾਂ ਨਾਲ ਬਹੁਤਾ ਦੁੱਧ ਦਿੰਦੀ ਹੈ। ਅੱਛਾ ਅੰਕਲ ਜੀ, ਤੁਸੀਂ ਇੰਨੇ ਅਰਸੇ ਤੋਂ ਜਾਨਵਰਾਂ ਦਾ ਕੰਮ ਕਰ ਰਹੇ ਹੋ ਔਰ ਸਾਫ ਸਾਰੇ ਪਹਿਲੇ ਤੁਸੀਂ ਸਰਵਿਸ ਦੇ ਦੌਰਾਨ ਵੀ ਥੋੜਾ ਬਹੁਤਾ ਕਰਦੇ ਹੋਗੇ? ਸ਼ੁਰੂ 'ਚ ਵੀ 8-10 ਮਹੀਨੇ, ਸ਼ੁਰੂ 'ਚ 15-20-70 ਡੰਗਰ ਇੱਕ ਵਾਰੀ ਸਾਡੇ ਕੋਲ ਹੋ ਗਏ ਹਨ ਅੱਗੇ ਵੀ। ਅੱਛਾ। ਉਹ ਫਿਰ ਬੱਚੇ ਉਦੋਂ ਪੜ੍ਹਦੇ ਸਨ ਤੇ ਫਿਰ ਇਹ ਬਾਹਰ ਰੱਖਣਾ, ਹਾਂ ਬਾਹਰ ਜਾਣਾ। ਅੱਛਾ। ਮੁਲਾਜ਼ਮ ਤੇ ਮੈਂ ਕੋਈ ਨਹੀਂ ਕਰਾਇਆ ਬੱਚਾ ਇਸ ਵਾਸਤੇ। ਅੱਛਾ। ਕਿ ਜਿਸ ਬੱਚੇ ਤਨਖਾਹ ਹੀ ਲੈਣੀ ਹੈ ਨਾ, ਉਹਦੇ ਵਾਸਤੇ ਆਪਣਾ ਕੰਮ ਹੀ ਚੰਗਾ ਹੈ। ਯਾਨੀ ਤੁਸੀਂ ਸਮਝਦੇ ਹੋ ਕਿ ਨੌਕਰੀ ਨਾਲੋਂ ਬਿਹਤਰ ਆਪਣਾ ਕੰਮ ਚੰਗਾ, ਭਾਵੇਂ ਜਾਨਵਰਾਂ ਦਾ ਵਗੈਰਾ ਲੈ ਕੋਈ ਤੇ ਉਹ ਵੱਖਰੀ ਗੱਲ ਹੈ। ਆਪਣਾ ਦੀਨ ਵੀ ਦੁਨੀਆ ਵੀ ਗਈ। ਜੀ ਜੀ। ਤੇ ਉਂਝ ਮੈਂ ਤਾਂ ਸਮਝਦਾ ਕਿ ਨੌਕਰੀ ਦੇ ਮਗਰ ਨੱਸਣ ਨਾਲੋਂ ਬੱਚਿਆਂ ਨੂੰ ਤੇ ਇਹ ਬਿਹਤਰ ਰਹਿੰਦਾ ਆਪਣਾ ਕਾਰੋਬਾਰ ਕੋਈ ਵੀ ਕਰ ਲੈ। ਡੰਗਰਾਂ ਦਾ ਨਾ ਕਰ ਸਕੇ ਕੋਈ, ਦੁਕਾਨੇ ਬਣਵਾ ਲੈ, ਕੈਂਚੀਆਂ ਦਾ ਕੰਮ ਕਰ, ਸਰਜੀਕਲ ਦਾ ਕਰ ਲੈ, ਸਪੋਰਟ ਦਾ ਹੋਰ ਕੋਈ ਕਰ ਲੈ। ਜੀ ਜੀ। ਅਸੀਂ ਤੇ ਜਿਹੜੇ ਜ਼ਿਮੀਂਦਾਰ ਬੰਦੇ, ਜਿਹੜਾ ਸਾਡਾ ਸ਼ਾਨ ਹੁੰਦੀ ਹੈ ਡੇਰਾ ਤੇ। ਅੱਛਾ ਸਾਡੇ ਤੁਸੀਂ ਇਹ ਦੱਸਿਆ ਕਿ ਇੱਕ ਤੇ ਕੰਮ ਜਿਹੜਾ ਵੇ ਨੌਕਰੀ ਨਾਲੋਂ ਇਹ ਬਿਹਤਰ ਹੈ। ਹਾਂਜੀ। ਤੁਸੀਂ ਇਹਨੂੰ ਪ੍ਰੈਫਰ ਦੇ ਰਹੇ ਹੋ ਕਿਉਂਕਿ ਤੁਸੀਂ ਆਪੇ ਵੀ ਨੌਕਰੀ ਕਰ ਚੁੱਕੇ ਹੋ, ਕੰਮ ਵੀ ਕਰ ਚੁੱਕੇ ਹੋ। ਮੈਂ ਜੀ ਮੈਂ 2014 ਚ ਰਿਟਾਇਰ ਹੋਇਆ। ਠੀਕ ਹੈ ਕਿ ਬੜੇ ਸਾਰੇ ਫਾਰਮਰ ਇਸ ਗੱਲ ਤੇ ਵੀ ਇਤਰਾਜ਼ ਕਰਦੇ ਨੇ ਕਿ ਮੱਝਾਂ ਜਿਹੜੀਆਂ ਨੇ ਉਹ ਬੜਾ ਵੀ ਦੁੱਧ ਦੇਣਗੀਆਂ ਤੇ ਕੋਈ 12-15 ਕਿਲੋ ਦੇ ਉੱਤੇ ਨਹੀਂ ਜਾਂਦੀਆਂ, ਬਲਕਿ ਉਹ ਇਸ ਗੱਲ ਨੂੰ ਝੂਠ ਕਰਾਰ ਦਿੰਦੇ ਨੇ ਕਿ ਜੀ ਜੋ ਅਸੀਂ ਮਾਰਨੇ ਆ ਪਏ। ਮਿਸਾਲ ਹੈ ਉਹ ਮਿਲਣਾ ਦੁੱਧ ਮੈਚ ਪਿਆ ਤਾਂ ਮੈਂ ਸਾਡੀ ਸੱਜਰੀ ਹੈ ਹੁਣ। ਜਿੰਦਾਬਾਦ ਜਿੰਦਾਬਾਦ। ਯਾਨੀ ਤੁਹਾਡਾ ਚੱਲ ਮੋਲਾ ਖੁਸ਼ ਰੱਖੇ। ਜਿੰਦਾਬਾਦ। ਅੱਛਾ ਸਰ, ਇਹ ਕੱਲ ਦਾ ਪਤਾ ਨਹੀਂ ਵੀ ਕੱਲ ਘਟ ਜਾਣਾ, ਬਿਮਾਰ ਹੋ ਜਾਣਾ। ਤੁਸੀਂ ਕਨਫਰਮ ਗੱਲ ਦੱਸ ਰਹੇ ਹੋ ਆਪਣੀ ਅੱਖੀਂ। ਯਾਨੀ ਜਿਹੜੇ ਲੋਕ 12 ਕਿਲੋ ਸਵੇਰੇ ਕਰਦੀ ਹੈ, 11 ਲੋਡੇ ਕਰਦੀ ਹੈ। ਸਵੇਰ ਕਿੰਨੇ ਵਜੇ ਚੁਆਈ ਕਰਦੇ ਤੇ ਲੋਡ ਲੈ ਕਿੰਨੇ ਵਜੇ? ਟਾਈਮ ਅਸੀਂ ਕੋਈ ਘੰਟੇ 2 ਦਾ ਫਰਕ ਪੈ ਜਾਂਦਾ। ਪਿਛਲੇ ਟਾਈਮ ਦਿਹਾੜੀ ਵੀ ਛੋਟੀ ਹੈ। ਉਹ ਗੱਲ ਸੁਣੋ, ਪਤਾ ਤੇ ਤਾਂ ਹੁੰਦਾ ਵੀ ਮਈਆਂ ਚੁਗਣ ਕਣਕ ਚ ਤੇ ਫੇਰ ਆਉਣ ਤੇ ਸਟਾਲੇ ਦੇ ਢੇਰਾਂ ਦੇ ਉੱਤੇ ਲੇਟਣ, ਉੱਥੇ ਖੁੱਲੀਆਂ ਹੋਣ ਤੇ ਫੇਰ ਵੰਡਾ ਖਾਣ ਤੇ ਫੇਰ ਪਤਾ ਲੱਗਦਾ ਕਿਹੜੀ ਕਿੰਨਾ ਦੁੱਧ ਦਿੰਦੀ। ਜਿਹੜੇ ਆਂਦੇ ਨੇ 10-12 ਸਿਰ ਤੋਂ ਬਾਅਦ ਦੁੱਧ ਨਹੀਂ ਦਿੰਦੀ, ਉਹ ਇਥੋਂ ਤੱਕ ਅੱਪੜਦੇ ਹੀ ਨਹੀਂ। ਅੱਪੜਦੇ ਨਹੀਂ। ਠੀਕ ਹੈ ਠੀਕ ਹੈ। ਜਿਹੜੀ ਮਈ ਜੋ ਮਸਲਨ 20 ਕਿਲੋ ਦੁੱਧ ਦਿੰਦੀ ਤੇ ਉਹ 2000 ਦਾ ਦੁੱਧ ਹੋ ਗਿਆ ਤੇ ਉਹ 500 ਮਸਾਂ ਖਾਂਦੀ ਹੈ ਮੱਝ। ਬੜਾ ਪਾਈਏ ਉਹਨੂੰ ਤੇ 500 ਨਹੀਂ ਖਾ ਸਕਦੀ। ਠੀਕ ਹੈ। ਤੇ ਜਦੋਂ ਦੇਣਾ ਹੀ 3-3 ਸਿਰ ਦੁੱਧ ਦੇ ਜਾਂ 4-4 ਸਿਰ, ਮਈਆਂ ਹੀ ਨਸਲੀ ਨਹੀਂ ਰੱਖਣੀਆਂ ਤੇ ਫਿਰ ਉਹਦੀ ਬਚਤ ਕਾਹਦੀ ਆਉਣੀ ਹੈ? ਫਿਰ ਪੱਲੀਆਂ ਪੈਂਦੀਆਂ। ਬਿਲਕੁਲ। ਉਹਦੇ ਪੈ ਗਈਆਂ ਘਰਦਿਆਂ ਨੂੰ ਪਲਿਓ। ਸਹੀ ਹੈ। ਫਿਰ ਆਂਦੇ ਨੇ ਸਾਨੂੰ ਨੁਕਸਾਨ ਹੋ ਗਿਆ। ਉਹ ਹੈ ਹੀ ਨੁਕਸਾਨ ਇਹਦੇ। ਹੋਰ ਇਹਨਾਂ ਦਾ ਇਹ ਨਹੀਂ ਕੋਈ ਪਤਾ ਹੁੰਦਾ। ਕਈ ਜਿਹੜੇ ਦੋਸਤ ਇਹ ਆਂਦੇ ਨੇ ਵੀ ਕੋਈ ਪਤਾ ਨਹੀਂ ਚੰਗੀ ਕਿਹੜੀ ਹੈ, ਚੰਗੀ ਮਾੜੀ ਰੱਬ ਨਾਲ ਚ ਪੰਜਾਲੀ ਹੈ। ਇਸ ਕਰਕੇ ਬਿਲਕੁਲ ਬਿਲਕੁਲ। ਕੋਈ ਜਿਹੜੀ ਨਸਲੀ ਨੇ ਡੰਗਰ ਉਹ ਨਸਲੀ ਨੇ ਉਹ ਖੰਗੜੇ ਹੋਏ ਵੀ ਦੁੱਧ 10 ਸਿਰਾਂ ਤੋਂ ਉੱਤੇ ਦਿੰਦੇ ਨੇ। ਬਿਲਕੁਲ। ਯਾਨੀ ਕਹਿਣ ਦਾ ਤੁਹਾਡੇ ਦਾ ਮਤਲਬ ਹੈ ਕਿ ਅਕਲ ਸਮਝ ਬੂਝ ਨਾ ਚੱਲੋ, ਵੇਖ ਤੱਕ ਕੇ ਜਾਨਵਰ ਲੋ। ਪੰਜਾਲੀ ਬੇਸ਼ੱਕ ਰੱਬ ਨਾਲ ਹੀ ਹੈ, ਲੇਕਿਨ ਬੰਦੇ ਨੂੰ ਜ਼ਰੂਰ ਵੇਖ ਤੱਕ ਕੇ ਅੱਛੀ ਨਸਲ ਦਾ ਜਾਨਵਰ ਪਾਲਣ ਦਾ, ਰੱਖਣ ਦਾ, ਉਹਨਾਂ ਦੀ ਖਿਦਮਤ ਕਰਨ ਦਾ ਉਹਦਾ ਅਜਰ ਵੱਖਰਾ ਹੈ। ਉਹਦੀ ਐਵਰੇਜ ਜ਼ਿਆਦਾ ਹੈ, ਟਾਈਮ ਉਨਾ ਹੀ ਖਰਚ ਹੋਣਾ, ਪੈਸਾ ਉਨਾ ਹੀ ਲੱਗਣਾ ਤੇ ਦੁੱਧ ਦੀ ਐਵਰੇਜ ਵੱਧ ਜਾਣੀ। ਠੀਕ ਹੈ, ਹੋ ਗਿਆ। ਅੱਛਾ ਸਰ, ਇਹ ਦੱਸੋ ਕਿ ਕਾਫੀ ਅਰਸੇ ਤੁਸੀਂ ਮੱਝਾਂ ਰੱਖ ਰਹੇ ਹੋ, ਕਿਆ ਮੱਝਾਂ ਨੂੰ ਕਦੀ ਕੋਈ ਮਸਾਇਲ ਪੇਸ਼ ਆਏ ਨੇ ਤੁਹਾਡੇ? ਮਸਾਇਲ ਆਉਂਦੇ ਹੀ ਰਹਿੰਦੇ ਨੇ ਇਹਨਾਂ ਵਿਚਾਰੀਆਂ ਨੂੰ। ਬੰਦੇ ਨੂੰ ਆਪਣੇ ਆਪ ਦਾ ਨਹੀਂ ਪਤਾ ਤੇ ਇਹਨਾਂ ਦਾ ਕਿਸੇ ਨੂੰ ਕੀ ਪਤਾ। ਠੀਕ ਹੈ। ਮੌਸਮਾਂ ਦਾ ਤਗਜ਼ਰ ਤਬਦਲ, ਦੂਜੀ ਇਹ ਵੇ ਖੁਰਾਕ ਦੀ ਜ਼ਿਆਦਤੀ ਹੋ ਗਈ, ਸੋ ਐਵਰੇਜ ਪ੍ਰੋਬਲਮ ਹੋ ਜਾਂਦੀ ਇਹਨਾਂ ਨੂੰ। ਕੋਈ ਦੇਸੀ ਹੱਲ ਕਰਦੇ ਉਹਨਾਂ ਦੇ ਫਿਰ ਜਾਂ ਡਾਕਟਰੀ ਹੱਲ ਕਰਦੇ ਹੋ ਹਰ ਦਫਾ? ਅਸੀਂ ਤਾਂ ਅੱਜ ਕੱਲ
ਡਾਕਟਰ ਨੂੰ ਉਸੇ ਵੇਲੇ ਬੁਲਾ ਲਈਦਾ ਜੇ, ਕਿਉਂਕਿ ਡੰਗਰ ਬਹੁਤ ਕੀਮਤੀ ਨੇ। ਹੁਣ ਦੇਸੀ ਟੋਟਕੇ ਨਹੀਂ, ਉਹਨਾਂ ਤੱਕ ਇੰਤਜ਼ਾਰ ਹੀ ਨਹੀਂ ਹੁੰਦਾ। ਯਾਨੀ ਤੁਸੀਂ ਸਮਝਦੇ ਹੋ ਕਿ ਬਿਹਤਰੀਨ ਹੱਲ ਡਾਕਟਰ ਹੈ ਇਸ ਦੌਰ 'ਚ? ਬਿਹਤਰੀਨ ਹੱਲ ਡਾਕਟਰ ਹੈ, ਕਿਉਂਕਿ ਜਦੀਦ ਦੌਰ ਜੋ ਹੈ ਸਹੂਲਤਾਂ ਨੇ। ਜਦ ਜ਼ਮਾਨੇ 'ਚ ਨਹੀਂ ਸਨ ਡਾਕਟਰ, ਉਦੋਂ ਦੇ ਲੋਕ ਉਦੋਂ ਵੀ ਮਈਆਂ ਦੇ ਸਿਆਣੇ ਹੁੰਦੇ ਹਨ ਲੋਕ। ਅੱਛਾ। ਕਈ ਜਾਣਦੇ ਹੁੰਦੇ ਹਨ ਇਹਨਾਂ ਨੂੰ, ਤੇ ਫਿਰ ਉਹਨਾਂ ਨੂੰ ਪੁੱਛਣਾ, ਉਹਨਾਂ ਦੀ ਮਦਦ ਲੈਣੀ। ਅੱਛਾ ਅੱਛਾ ਅੰਕਲ ਜੀ, ਕੁਝ ਲੋਕ ਛੋਟੇ ਜਾਨਵਰ ਨਹੀਂ ਸੰਭਾਲਦੇ। ਤੁਸੀਂ ਜੈਸੇ ਦੱਸਿਆ ਕਿ ਤੁਹਾਡੇ ਕੋਲ 30-35 ਛੋਟੇ ਜਾਨਵਰ ਨੇ, ਤੁਹਾਡੇ ਸਾਹਮਣੇ ਛੋਟੇ ਜਾਨਵਰ ਨੇ ਜਿਹਦੇ 'ਚ ਹਰ ਉਮਰ ਦੇ ਜਾਨਵਰ ਨੇ, ਕੱਟੇ, ਵੱਛੀਆਂ, ਛੋਟੇ। ਤੇ ਮੈਂ ਤੂੰ ਪੁੱਛਣਾ ਚਾਹਾਂਦਾ, ਲੋਕ ਕਹਿੰਦੇ ਨੇ ਕਿ ਇਹ ਜਾਨਵਰ ਪੱਲਿਓਂ ਪੈ ਜਾਂਦੇ ਨੇ, ਤੁਹਾਡਾ ਕੀ ਕਹਿਣਾ? ਗੱਲ ਇਹ ਵੇ ਜੀ, ਆਪੋ ਆਪਣੀ ਸੋਚ ਦੀ ਗੱਲ ਹੈ। ਵੀ ਅਸੀਂ ਕਹਿੰਦੇ ਆ ਵੀ ਵੱਡੇ ਡੰਗਰ ਨੇ ਨਾ, ਉਹਨਾਂ ਦਾ ਉਖਰ ਸ਼ੋਕਰ ਖਾ ਕੇ ਇਹ ਪਾ ਜਾਂਦੇ ਨੇ। ਅੱਛਾ। ਦੁੱਧ ਅੱਛਾ, ਜਿਹੜੀ ਅੱਛੀ ਨਸਲ ਦੀਆਂ ਕੱਟੀਆਂ ਨੇ ਮਈਆਂ ਨੇ ਬਹੁਤੀ ਦੀਆਂ, ਉਹਨਾਂ ਨੂੰ ਅਸੀਂ ਕੱਟੀਆਂ ਨੂੰ ਦੁੱਧ ਛੱਡਨੇ ਆ, ਫਿਰ ਪਾਲਨੇ ਆ। ਉਹ ਸਾਡੇ ਕੋਲ ਬੱਧੀਆਂ ਨੇ, ਇਹ ਮਈਆਂ ਦੁੱਧ ਦਿੰਦੀਆਂ ਨੇ। ਅੱਛਾ। ਤੇ ਵੇਖ ਲਿਓ, ਉਹਨਾਂ ਅਗਲੇ ਸਾਲ ਇਨਸ਼ਾਅੱਲਾ ਸੌਰ ਨਾ ਸੁਣੇ, 3 ਸਾਲਾਂ ਬਾਅਦ ਉਹਨਾਂ ਸੂ ਪੈਣਾ। ਤੇ ਜਿਹੜੇ ਨਹੀਂ ਲੋਕ ਹਿਫਾਜ਼ਤ ਕਰਦੇ, ਉਹਨਾਂ ਦੀ 6-6 ਸਾਲ ਬਾਅਦ ਕੱਟੀ ਸੁਣਦੀ ਹੈ। ਅੱਛਾ, ਠੀਕ ਹੈ। ਅੱਛਾ, ਆਪਣੀ ਹਿਫਾਜ਼ਤ ਦੀ ਗੱਲ ਹੈ। ਹੁਣ ਮੇਰੀ ਇੱਕ ਮੱਝ ਤੂੰ ਦੂਜੇ ਸੂਏ ਸੂਈ ਹੈ, ਛਿੱਗੀ ਹੈ, ਇਹ ਮੂੰਹ ਦੂਜਾ ਸੂਆ ਉਹ ਸੂਣ ਲੱਗੀ ਹੈ। ਠੀਕ ਹੈ। ਹੁਣ ਹੀ ਮੂੰਹ ਛਿੱਗੀ ਹੈ। ਤੇ ਕਿਆ ਤੁਸੀਂ ਫਿਰ ਨਵੇਂ ਫਾਰਮਰ ਹਜ਼ਰਾਤ ਨੂੰ ਜਾਂ ਨਵੇਂ ਮੁੰਡਿਆਂ ਨੂੰ ਜਿਹੜੇ ਇਸ ਫੀਲਡ 'ਚ ਆਣ, ਉਹਨਾਂ ਨੂੰ ਤੁਸੀਂ ਇਹ ਮਸ਼ਵਰਾ ਦਵੋਗੇ ਕਿ ਛੋਟੇ ਬੱਚੇ ਪਾਲਣ 'ਚ ਫਾਇਦਾ ਹੈ? ਬੜਾ ਅੱਛਾ ਫਾਇਦਾ। ਵੇਖੋ ਜੀ, ਜਿਸ ਤਰ੍ਹਾਂ ਬੈਂਕ 'ਚ ਅਕਾਊਂਟ 'ਚ ਪੈਸੇ ਨਹੀਂ ਹੁੰਦੇ, ਛੋਟੇ ਬੱਚੇ ਤੇ ਉਸੇ ਤਰ੍ਹਾਂ ਨੇ। ਜਿਨ੍ਹਾਂ ਦਾ ਦੇਰ ਲੱਗਦੀ ਹੈ ਨਾ, ਚੈੱਕ ਕਰਾ ਉੱਥੋਂ ਪਾਸ ਕਰਾ ਦਿਆ, ਉਦੋਂ ਛੇਤੀ ਕੋਈ ਵਾਲਿਆਂ ਨੂੰ ਵੀ ਲੈ ਜਾਂਦੇ ਨੇ ਲੋਕ। ਬਿਲਕੁਲ, ਛੋਟਿਆਂ ਬੱਚਿਆਂ ਨੂੰ। ਸਹੀ ਹੈ। ਜਿੰਨਾ ਵੀ ਪੈਸਾ ਬਣਦਾ ਹੈ ਛੋਟਿਆਂ ਬੱਚਿਆਂ ਵੇਚਿਆਂ ਤੇ ਪਾਲੇ ਬਣਦਾ। ਮੇਰੇ ਮਈਆਂ ਦੁੱਧ ਦਿੰਦੀਆਂ ਹਨ, ਮੈਂ 40,000 ਦੇ ਕੱਟੇ 2 ਵੇਚੇ। ਸਹੀ ਹੈ। ਉਹ ਵੀ ਐਵੇਂ ਚੋਂ ਨਾ ਭੈਣ ਚੋਦਾ, ਇਹ ਵੀ ਚੋਂ ਜਾਣਾ ਖੁੱਲਣਾ ਤੇ ਉਹਨਾਂ ਦਾ ਦੁੱਧ। ਆਈਡੀਅਲ ਕੀ ਹੈ, ਕਿੰਨੀ ਦੇਰ ਦਾ ਕਰਕੇ ਵੇਚੀਏ ਇਹਨਾਂ ਨੂੰ? ਮੇਰਾ ਤਾਂ ਖਿਆਲ ਜੇ ਤੇ ਬੰਦੇ ਦੀ ਪਸਲੀ 60 ਸੈਂਦੀ ਹੋਵੇ ਤੇ 2 ਸਾਲ 2.5 ਦਾ ਕਰ ਲਈਏ, ਉਹ ਜੀ 4-5 ਮਣ ਹੋ ਜਾਂਦਾ। 2-2.5 ਦਾ ਪਿਛਲਾ ਕਸਰ ਪੂਰੀ ਕਰ ਛੱਡਦੇ ਨੇ, ਪਿਛਲੀ ਕਸਰ ਪੂਰੀ ਨਿਕਲ ਜਾਂਦੀ, ਮੁਨਾਫਾ ਵੀ ਕਰ ਛੱਡਦੇ ਨੇ। ਤੇ ਕਟੀਆਂ ਜੇ ਅੱਲਾ ਕਰੇ ਤੇ ਵੱਛੀਆਂ ਤੇ ਸੂ ਪੈਂਦੀਆਂ ਨੇ 3 ਸਾਲਾਂ 2.5 ਚ ਸੂ ਪੈਂਦੀ ਹੈ ਵੱਛੀ। ਤੇ ਕੱਟੀ ਜਿਹੜੀ ਉਹ 5 ਸਾਲ ਲੈ ਜਾਂਦੀ ਹੈ, ਲੇਕਿਨ ਸਾਡੀਆਂ ਕੱਟੀਆਂ ਤਾਂ ਨਹੀਂ ਲੈਂਦੀਆਂ 5 ਸਾਲ, ਜ਼ਿਆਦਾ ਤੋਂ ਜ਼ਿਆਦਾ 3 ਸਾਲ ਬਾਅਦ ਸੂ ਪੈਂਦੀਆਂ ਨੇ। 3 ਸਾਲ ਬਾਅਦ ਸੂ ਪੈਂਦੀਆਂ ਨੇ? ਹਾਂਜੀ। ਯਾਨੀ ਫਿਰ ਉਹ 20 ਮਹੀਨੇ ਦੀ ਉਮਰ 'ਚ ਬਣ ਜਾਂਦੀਆਂ ਹੁੰਦੀਆਂ? ਮਤਲਬ ਇਹ ਉਹ ਸਾਡੀਆਂ ਹੀ ਅਸੀਂ ਮਈਆਂ ਚੋਨੇ ਆ, ਸਾਲ ਦੀਆਂ ਹੋਈਆਂ ਨੇ ਤੇ ਬੰਦੇ ਦੀ ਕੱਚੇ ਕੱਟੀਆਂ ਨੇ। ਹਾਂ, ਯਾਨੀ 20 ਤੋਂ 24 ਮਹੀਨੇ ਤੁਹਾਡੀ ਕੱਟੀ ਬਣ ਜਾਂਦੀ ਹੈ? ਹਾਂਜੀ। ਜ਼ਿੰਦਾਬਾਦ। ਅੱਛਾ ਅੰਕਲ ਜੀ, ਇੱਥੇ ਇਹ ਦੱਸਿਓ ਕਿ ਕਾਫੀ ਸਾਰੇ ਲੋਕਾਂ ਦੇ ਬੱਚੇ ਮਰ ਜਾਂਦੇ ਨੇ। ਜਦੋਂ ਬੱਚਾ ਪੈਦਾ ਹੁੰਦਾ ਹੈ, ਉਹਨੂੰ ਕਿੰਨੇ ਦਿਨ ਕਿੰਨਾ ਕੁ ਦੁੱਧ ਛੱਡਣਾ ਚਾਹੀਦਾ ਕਿ ਉਹ ਸਹੀ ਰਵੇ? ਦੁੱਧ ਤੇ ਛੱਡਣਾ ਚਾਹੀਦਾ ਮੱਝ ਦੇ ਹੇਠ ਹੋਵੇ ਕੱਖ ਨਾ, ਉਹਨੂੰ ਭਾਵੇਂ ਜ਼ਾਰਾ ਪੈ ਪਿਆਓ। ਤੇ ਜਿਹੜੀਆਂ ਸਾਡੀਆਂ ਮਈਆਂ ਨੇ, ਅਸੀਂ ਤੇ ਇੱਕ ਥਣ ਅਗਲਾ ਛੱਡਨੇ ਆ 2 ਮਹੀਨੇ 2 ਮਹੀਨੇ। ਪਹਿਲੇ ਹਫਤੇ ਦਾ ਦੱਸੋ, ਪਹਿਲੇ ਹਫਤੇ 'ਚ ਕਿੰਨਾ ਕੁ ਜਾਨਵਰ ਨੂੰ ਦੁੱਧ ਚਾਹੀਦਾ ਹੁੰਦਾ? ਜਿੰਨਾ ਉਹ ਅੱਛੀ ਤਰ੍ਹਾਂ ਪਚਾ ਲਵੇ ਉਹਨੂੰ ਦੇਣਾ ਚਾਹੀਦਾ। ਅਸੀਂ ਇੱਕ ਹੋਰ ਮਿਹਨਤ ਕਰਨੇ ਆ। ਅਗਰ ਗਰਮੀ ਹੈ ਨਾ, ਅਸੀਂ ਜਨਾਬ 10 ਸੀਸੀ ਦੀ ਸਰਿੰਜ ਇੱਕ ਉਹਨਾਂ ਦੇ ਜਾਵਾਂ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਤੇਲ ਦੀ ਮਾਰਨੇ ਆ, ਸਰੋਂ ਦੇ ਦੀ। ਅੱਛਾ। ਉਹ ਮਾਰ ਕੇ 10 ਸੀਸੀ ਤੇਲ ਸਰੋਂ ਦਾ ਉਹਦੇ ਮੂੰਹ 'ਚ, ਫਿਰ ਉਹਨੂੰ ਹੇਠ ਛੱਡਣਾ। ਫਿਰ ਗਰਮੀ ਦਾ ਸਾਈਡ ਇਫੈਕਟ ਦੁੱਧ ਸ਼ੁੱਧ ਦਾ ਨਹੀਂ ਹੁੰਦਾ, ਵੱਧ ਵੀ ਪੀ ਲੈਣ। ਇਹ ਗਰਮੀਆਂ 'ਚ ਮਾਰਨੀ ਹੈ? ਗਰਮੀਆਂ 'ਚ। ਠੀਕ ਹੈ। ਤੇ ਸਿਆਲ 'ਚ ਗੁੜ ਛੋੜਨਾ, ਉਹਨਾਂ ਨੂੰ ਦਿੰਦਿਆਂ ਰਹਿਣਾ। ਕਿੰਨਾ ਕੁ? ਚਟਾਕੀ ਹੋ ਜੇ ਬੜਾ, ਛੋਟੇ ਜਾਰ ਨੂੰ ਕੁੱਟ ਕੇ ਬਰੀਕ ਕਰਕੇ ਨਾ। ਠੀਕ ਹੈ। ਉਹਨੂੰ ਅਜ ਮੂੰਹ ਨੂੰ ਉਂਗਲ ਨਾਲ ਲਾ ਹੜਨਾ। ਅਸੀਂ ਚਾਹਾਂਦੇ ਕਿ ਤੁਸੀਂ ਕਾਫੀ ਤਜਰਬਾਕਾਰ ਬੰਦੇ ਹੋ, ਸਾਫ਼ ਜ਼ਾਹਿਰ ਹੈ ਬੰਦਾ ਜ਼ਿੰਦਗੀ ਤੋਂ ਕਾਫੀ ਚੀਜ਼ਾਂ ਸਿੱਖਦਾ ਹੈ। ਆਪਣੇ ਤਜਰਬੇ ਦੀਆਂ ਨਿਚੋੜ ਚੀਜ਼ਾਂ ਦੱਸੋ ਨਵੇਂ ਦੋਸਤਾਂ ਨੂੰ, ਜਿਹੜਾ ਸਦਕਾ ਜਾਰੀਆ ਬਣ ਜੇ ਰਹਿੰਦੀ ਦੁਨੀਆ ਤੱਕ ਕਿ ਫਲਾਂ ਬੰਦੇ ਨੇ ਇਹ ਗੱਲ ਦੱਸੀ ਸੀ ਤੇ ਅਸੀਂ ਉਹਨੂੰ ਅਪਣਾ ਕੇ ਫਾਇਦਾ ਹਾਸਲ ਕੀਤਾ। ਅਸੀਂ ਮਸ਼ਵਰਾ ਦੇਵਾਂਗੇ ਸਾਡੇ ਭਰਾ ਜਿਹੜੇ ਕੰਮ ਸ਼ੁਰੂ ਕਰਨੇ, ਸਲੋ ਐਂਡ ਸਟੱਡੀ ਵਿਨਸ ਦਾ ਰੇਸ, ਤੇ ਇਸ ਕੰਮ ਨੂੰ ਆਸਤਾ ਆਸਤਾ ਵਧਾਉਂਦੇ ਜਾਓ ਤੇ ਬੜੀ ਅੱਲਾ ਰਹਿਮਤ ਕਰਦਾ। ਤੇ ਆਪੀ ਵੀ ਜੇ ਕਿਸੇ ਨੂੰ ਸ਼ੌਕ ਹੈ ਨਾਲ ਉਹ ਹੱਥ ਮਦਦ ਕਰਦਾ ਨੌਕਰਾਂ ਦੀ। ਤੇ ਜੇ ਮੇਰਾ ਹੀ ਨੌਕਰ ਹੋਣ ਤੇ ਫਿਰ ਛੋਟੇ ਜਾ ਨਹੀਂ ਪਾਲਦੇ, ਉਹਨਾਂ ਨੂੰ ਇਹ ਹੁੰਦਾ ਵੀ ਅਸਾਂ ਹੀ ਖੋਲਣੇ ਪੈਣੇ ਨੇ, ਇਹ ਮਾਰੀ ਜਾਣ ਤੇ ਚੰਗੇ ਨੇ, ਮਾਰੀ ਜਾਣ ਤੇ ਚੰਗੇ ਨੇ। ਠੀਕ ਹੈ। ਆਹੋ ਵੀ ਮੈਂ ਹੀ ਮਸਾਂ ਖੋਲੀਏ ਕਿ ਅਸਾਂ ਇਹ ਜਾ ਵੀ ਪਏ ਦੂਣਾ ਖਰਚ ਵਧਾ ਲਈਏ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਇਹ ਕੰਮ ਬਹੁਤ ਚੰਗਾ ਹੈ, ਆਪਣਾ ਕੰਮ ਹੈ, ਬਾਇਜ਼ਤ ਕੰਮ ਹੈ। ਇਹਦੇ ਵਿੱਚ ਮੇਰਾ ਇੱਕ ਮਸ਼ਵਰਾ ਜਿਹੜੇ ਵੀ ਖੋਲਣਾ ਚਾਹੁੰਦੇ ਨੇ ਕਿ ਦਿਆਨਤਦਾਰੀ ਇਹਦੇ ਚ ਬਹੁਤ ਜ਼ਰੂਰੀ ਹੈ, ਕਿਉਂਕਿ ਅੱਲਾ ਨਾਲ ਹੀ ਭੰਜਾਈ ਇਸ ਕੰਮ ਦੀ। ਇਹ ਜਿਹੜਾ ਹੁਣ ਦੁੱਧ ਵਧਾਉਂਦੇ ਨੇ, ਪਾਣੀ ਪਾ ਤੇ ਉਹ ਕਰ, ਅਸੀਂ ਤੇ ਇਸ ਗੱਲ ਨੂੰ ਅੱਛਾ ਨਹੀਂ ਸਮਝਦੇ, ਕਿਉਂਕਿ ਸਾਡੇ 2-3 ਵਾਰੀ
100 ਦੇ ਨੇੜੇ ਨੇੜੇ ਡੰਗਰ ਬਣੇ ਨੇ ਤੇ ਘਰ ਦੇ ਵੀ ਬਣ ਜਾਣੇ ਤੇ ਅੱਲਾ ਦੀ ਰਹਿਮਤ ਹੈ, ਕੋਈ ਮਤਲਬ ਟੈਨਸ਼ਨ ਨਹੀਂ ਹੈ, ਕੋਈ ਟੈਨਸ਼ਨ ਨਹੀਂ। ਹੋ ਵੀ ਜਾਏ ਵਾਦਾ ਘਾਟਾ ਪਰ ਲੇਕਿਨ ਅਸੀਂ ਮੁਤਮੈਨ ਆ ਕਿਉਂਕਿ ਦਿਆਨਤਦਾਰੀ ਜੋ ਹੈ ਸਾਡੀ। ਜੀ ਜ਼ਬਰਦਸਤ, ਜੀ ਜ਼ਬਰਦਸਤ। ਅਗਰ ਬੰਦਾ ਇਹ ਨਹੀਂ ਕਹਿ ਸਕਦਾ ਕਿ ਉੱਥੇ ਦੁੱਧ ਸਾਡਾ ਇੱਕ ਦੁੱਧ ਦੀ ਕੁਜਰਾ ਵਾਲੇ ਆਇਆ ਤਾਂ ਉਹ 1 ਸਾਲ ਦੁੱਧ ਖੜੇ ਤੇ ਆਖਣਾਗਾ ਮੈਂ ਕਿ ਜੀਬ ਦੇ ਗੱਲ ਵੇਖੀਏ ਸਰ ਜੀ ਤੁਹਾਡੇ ਡੇਰੇ ਤੇ। ਮੈਂ ਕੀ ਹੈ ਜਿਹੜਾ ਦੁੱਧ 'ਚ ਪਾਣੀ ਨਹੀਂ ਤੁਸੀਂ ਪਾਉਂਦੇ ਕੋਈ ਵੀ ਬੰਦਾ। ਸਹੀ ਹੈ। ਮੈਂ ਯਾਰ ਸਾਡੀ ਨਹੀਂ ਮਰਜੀ, ਅੱਲਾ ਦੇ ਹੁਕਮ ਹੈ ਸਰ। ਜ਼ਬਰਦਸਤ ਜ਼ਬਰਦਸਤ। ਮਿਲਾਵਟ ਨਾ ਕਰੋ। ਇਹ ਨਹੀਂ ਉਸ ਇਮਾਨਦਾਰੀ ਦਾ ਸਿਲਾ ਤੁਹਾਨੂੰ ਮਿਲਿਆ ਕਿ ਤੁਹਾਡਾ ਮਾਲ ਅੱਲਾ ਦੀ ਰਹਿਮਤ ਬੜੀ ਹੈ, ਦੁੱਧ ਉਹਨਾਂ ਚੰਗਾ ਦਿੰਦੇ ਨੇ ਡੰਗਰ। ਠੀਕ ਹੈ। ਇਹ ਨਹੀਂ ਜਿਹੜੇ ਲੋਕ ਛੋਟੇ ਇਹ ਜਿਹੜੇ ਆਂਦੇ ਨਾ ਲੋਕ 10-12 ਸਿਰ, ਸਾਡਾ ਜਿਹੜਾ ਸਿਆਲਕੋਟ ਦਾ ਏਰੀਆ ਨਾ ਇੱਥੇ 10 ਸਿਰਾਂ ਤੋਂ ਜਿਹੜੀ ਥੱਲੇ ਮਹੀਂ ਦੁੱਧ ਦੇ ਉਹ ਤੇ ਪੱਲਿਓਂ ਪੈਂਦੀ ਹੈ। ਠੀਕ ਹੈ। ਉਹ ਬੱਚਤ ਮਾਲਕ ਨੂੰ ਕਾਦੀ ਦੇਣੀ ਜਿਹੜੀ ਉਤਾ ਦੁੱਧ ਦੇ ਨਾ 10 ਕਿਲੋਆਂ ਤੋਂ, ਉਹਦੀ ਬੱਚਤ ਆਉਂਦੀ ਹੈ। ਵੰਡੇ 'ਚ ਬੈਸਟ ਵੰਡਾ ਕਿਹਨੂੰ ਪਾਇਆ ਤੁਸੀਂ? ਅਸੀਂ ਤੇ ਭਈਆ ਜਿਹੜਾ ਕਰਾਤ ਬੜੇਵਿਆਂ ਦੀ ਖਾਲੇ ਇਹ ਹੁਣ ਹਾਲਾਂ ਜਿਹੜੇ ਛੋਟੇ ਜਾਨਵਰ ਨੇ ਨਾ ਉਹਨਾਂ ਲਈ ਅਸੀਂ ਆ ਫੀਡ ਸ਼ੀਟ ਵੀ ਲੈ ਆਉਂਦੇ ਆ, ਚੋਖਰ ਅਸੀਂ ਜ਼ਰੂਰ ਪਾਉਂਦੇ ਆ ਇਹਨਾਂ ਨੂੰ। ਠੀਕ ਹੈ। ਜਿਵੇਂ ਬੱਚਿਆਂ ਦੇ ਲੋਕ ਪਾਉਂਦੇ ਚੌਲਾਂ ਦੇ ਉੱਤੇ ਚੀਨੀ ਧੂੜ ਛੱਡਦੇ ਨੇ, ਜੀ ਜੀ ਜੀ, ਇਸ ਤਰ੍ਹਾਂ ਅਸੀਂ ਚੋਖਰ ਦੇ ਕੋਲ ਤੋੜਾ ਧਰਿਆ ਹੁੰਦਾ, ਜਦੋਂ ਜਿਹੜਾ ਡੰਗਰ ਜਿਹੜਾ ਸਮਝਿਆ ਵੀ ਨਹੀਂ ਉਹਦਾ ਚੰਗਾ ਖਾਂਦਾ ਪਿਆ ਪੱਠੇ ਉਹਨੂੰ ਚੋਖਰ ਧੂੜ ਛੱਡਦਾ। ਜ਼ਬਰਦਸਤ। ਇਹ ਕੰਮ ਜਿਹੜਾ ਨਾ ਜ਼ਿਮੀਂਦਾਰ ਦਾਤ ਜਾਏ ਇਹਦੀ ਅੱਲਾ ਨਾਲ ਪੰਜਾਰੀ ਹੈ, ਲੇਕਿਨ ਮੇਰਾ ਤੇ ਮਾਨ ਹੈ ਕਿ ਜਿਹੜਾ ਬੰਦਾ ਨੇਕ ਨਹੀਂ ਹੈ ਤੇ ਉਹਨੂੰ ਕੋਈ ਘਾਟਾ ਨਹੀਂ ਕਿਸੇ ਕਿਸਮ ਦਾ। सही हो गया, ज़बरदस्त सर, बहुत शुक्रिया, बड़ी अच्छी गुफ्तगू रही है।